ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜਿਸ ਦਾ ਸਿਰਲੇਖ ਹੈ ਵਿਸਮਾਦੀ ਵੈਰਾਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਹਿੱਸੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕੁਦਰਤ ਦੇ ਕੌਤਕ ਵੇਖ ਕੇ ਜੋ ਵੈਰਾਗ ਵਿੱਚ ਆਏ ਸਨ, ਮੁੜ ਜਿੱਥੇ ਆਰਜ਼ੀ ਕਿਆਮ ਕੀਤਾ ਹੋਇਆ ਸੀ ਉੱਥੇ ਆ ਗਏ। ਉੱਥੇ ਆ ਕੇ ਮਰਦਾਨੇ ਨੇ ਸਾਹਿਬ ਦੇ ਰੰਗ ਦੇਖੇ ਤਾਂ ਵੈਰਾਗ ਵਿੱਚ ਸਨ, ਤੇ ਉਸਨੇ ਚਾਹਿਆ ਕਿ ਸਤਿਗੁਰੂ ਜੋ ਵੈਰਾਗ ਵਿੱਚ ਹਨ ਉਹਨਾਂ ਨੂੰ ਖੇੜੇ ਵਿੱਚ ਫਿਰ ਖਿੜਾ ਦਿਆਂ। ਸੋ ਉਸਨੇ ਤਰੀਕਾ ਕੀ ਲੱਭਿਆ ਸਤਿਗੁਰੂ ਨੂੰ ਖਿਡਾਉਣ ਦਾ, ਇੱਥੇ ਵਰਣਨ ਕੀਤਾ ਗਿਆ ਹੈ। ਤੇ ਸਾਧੂ ਉਸਦੇ ਮਗਰੇ ਮਗਰੇ ਆਇਆ ਸੀ ਤੇ ਅੰਤ ਵਿੱਚ ਉਸਨੇ ਮਰਦਾਨਾ ਜੀ ਨੂੰ ਬੇਨਤੀ ਕੀਤੀ ਕਿ ਸਾਹਿਬਾਂ ਨਾਲ ਦੋ ਗੱਲਾਂ ਕਰਵਾ ਦੇ। ਤਾਂ ਮਰਦਾਨੇ ਕਿਹਾ ਕੱਲ ਸਵੇਰੇ ਆਉਣਾ। ਸੋ ਇਹ ਵਿਚਾਰ ਇਸ ਹਿੱਸੇ ਵਿੱਚ ਦਰਸਾਈ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਕਿਤਨਾ ਚਿਰ ਮਗਨ ਆਨੰਦ ਬੈਠੇ ਰਹੇ ਗੁਰੂ ਨਾਨਕ, ਸਾਈਂ ਆਪਣੇ ਤੋਂ ਸਦਾ ਅਵਿਛੜ, ਪਰ ਫਿਰ ਵਿਛੋੜੇ ਦੀਆਂ ਕਸਕਾਂ ਦੇ ਜਾਣੂ ਤੇ ਪ੍ਰੇਮ ਰਸੀਏ ਗੁਰੂ ਨਾਨਕ। ਹਾਂ, ਲੀਨ ਰਹੇ ਉਸ ਵਿੱਚ ਜਿਸ ਦੀ ਹਜ਼ੂਰੀ ਵਿੱਚੋਂ ਕਦੇ ਗੈਰ ਹਾਜ਼ਰ ਨਹੀਂ ਸਨ ਹੁੰਦੇ। ਫਿਰ ਅਚਾਨਕ ਉੱਠ ਬੈਠੇ, ਰਸੀਲੇ ਨੈਣ ਖੁੱਲੇ, ਅਰਸ਼ਾਂ ਵੱਲ ਤੱਕੇ, ਫਰਸ਼ਾਂ ਵੱਲ ਤੱਕੇ, ਚੁਫੇਰੇ ਤੱਕੇ, ਫਿਰ ਵਾਹੜੇ ਵੱਲ ਤੱਕੇ। ਵਾਹ ਭਾਈ, ਵਾਹੜੇ ਵਿਛੁੰਨੇ ਵਾਹੜੇ, ਕਿਵੇਂ ਜਾਗ ਪਵੀ ਵਿਛੋੜੀ ਦੀ ਪੀੜਾ ਤੇ ਫਿਰ ਮੇਲ ਪਵੇਂ। ਸੰਜੋਗੀ ਮੇਲੇ ਕਰਤਾ ਕਰੇ ਸੰਜੋਗ, ਮੇਲ ਦੇਵੇ ਤੈਨੂੰ ਮੈਨੂੰ ਅਨੰਤ ਵਿੱਚ ਮੇਲੇ। ਇਉਂ ਆਖਦੇ ਮੁੜ ਪਏ ਓਨੀ ਕਦਮੀ ਜਿਨੇ ਆਏ ਸੀ। ਸੂਰਜ ਹੁਣ ਉਚੇਰਾ ਹੋ ਆਇਆ ਸੀ। ਸਾਵਣ ਦੇ ਅਖੀਰਲੇ ਦਿਨ ਸਨ। ਧੁੱਪ ਕਰਾਰੀ ਚੁਭਵੀਂ ਸੀ, ਪਰ ਹਵਾ ਠੰਡੀ ਵਗ ਰਹੀ ਸੀ। ਕਿਧਰੋਂ ਪਾਣੀ ਚੜ ਕੇ ਆ ਰਹੀ ਸੀ। ਕੁਛ ਬਦਲਵੀਂ ਹੋ ਪਈ, ਛਾਂ ਹੋ ਆਈ। ਜਿੰਨੀ ਰਾਏ ਗਏ ਸਨ ਕੋਮਲ ਭਾਵਾਂ ਦੇ ਰਸੀਏ, ਓਨੀ ਰਾਹੀਂ ਡੇਰੇ ਆ ਗਏ, ਜਿੱਥੇ ਕਿ ਆਰਜ਼ੀ ਕਿਆਮ ਕੀਤਾ ਹੋਇਆ ਸੀ। ਸਦਾ ਟੁਰੀ ਰਹਿਣ ਵਾਲੀ ਉਪਕਾਰੀ ਵਾਯੂ ਸਮਾਨ ਸੁਖਦਾਤੇ ਰਮਤੇ ਰਹਿਣ ਵਾਲੇ ਸਤਿਗੁਰੂ ਜੀ। ਸਾਧੂ ਵੱਲ ਨੈਣ ਪਰ ਇੱਕ ਵੇਰ ਨਹੀਂ ਤੱਕੇ, ਪਰ ਉਸਨੂੰ ਕੋਈ ਐਸੀ ਪੁੜੀ ਸੀ ਕਿ ਉਹ ਮਗਰੇ ਮਗਰ ਟੁਰੀ ਆਇਆ। ਜਿਵੇਂ ਰਿਝਿਆ ਹੋਇਆ ਮਿਰਗ ਰਿਝਾਉਣ ਵਾਲੇ ਦੇ ਮਗਰ ਮਗਰ ਬਿਨਾਂ ਰੱਸੀ ਡੋਰੀ ਪਾਏ ਦੇ ਟੁਰਿਆ ਆਉਂਦਾ ਹੈ। ਅੱਗੇ ਬੜੇ ਭਾਰੀ ਬੋਹੜ ਦੇ ਤਲੇ ਮਰਦਾਨਾ ਬੈਠਾ ਉਡੀਕਦਾ ਸੀ। ਫੁੜੀਆਂ ਵਿਛੀਆਂ ਸਨ। ਇੱਕ ਮੰਜੀ ਵੀ ਟੱਠੀ ਹੋਈ ਸੀ, ਜਿਸ ਪਰ ਕਿਸੇ ਨੇ ਖੇਸ ਸੋਨੇ ਵਿਛਾਇਆ ਸੀ। 5-10 ਹੋਰ ਪ੍ਰੇਮੀ ਦਰਸ਼ਨਾਂ ਲਈ ਉਡੀਕ ਰਹੇ ਸਨ। ਆਪ ਆ ਕੇ ਮੰਜੇ ਤੇ ਬੈਠ ਗਏ। ਸਾਰਿਆਂ ਨੇ ਮੱਥਾ ਟੇਕਿਆ। ਮਰਦਾਨਾ ਚਿਹਰੇ ਤੋਂ ਪਛਾਣ ਗਿਆ ਕਿ ਅੱਜ ਆਪਣੇ ਮੌਲਾ ਦੇ ਰੰਗ ਰਤੜੇ ਮੇਰੇ ਪਿਆਰੇ ਕੋਈ ਪ੍ਰੇਮ ਕਸਕਾਂ ਦਾ ਵੈਰਾਗੀ ਸਵਾਦ ਲੈ ਕੇ ਆਏ ਹਨ। ਉਸਨੇ ਚਾਹਿਆ ਕਿ ਗੁਰੂ ਬਾਬੇ ਨੂੰ ਹੁਣ ਖੇੜੇ ਵਿੱਚ ਖਿੜਾ ਦਿਆਂ, ਕੋਈ ਹਾਸ ਰਸ ਦਾ ਰੰਗ ਲਾ ਕੇ ਨਾ, ਪਰ ਉਸੇ ਨਿਰੰਕਾਰ ਦੇ ਪਿਆਰ ਦਾ ਵਿਸਮਾਦ ਲਾ ਕੇ। ਹਾਂਜੀ, ਵਸਲ ਵਿਸਮਾਦ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇੰਦਾ। ਨਾਲ ਵੈਰਾਗੀ ਵਿਸਮਾਦ ਦਾ ਵਟਾਂਦਰਾ ਕਰਨ ਲੱਗਾ ਹੈ। ਗੁਰੂ ਨਾਨਕ ਦਾ ਪ੍ਰੇਮੀ ਉਹਨਾਂ ਦੇ ਮਰਮਾਂ ਤੇ ਦਿਲ ਤਰੰਗਾਂ ਤੇ ਅਵੈਵਾਂ ਦਾ ਜਾਣੂ। ਬਿਨਾਂ ਕੁਛ ਪੁੱਛੇ, ਬਿਨਾਂ ਕੁਛ ਆਖੇ ਦੇ ਰਬਾਬ ਲੈ ਲਈ ਉਸ। ਛੇੜ ਦਿੱਤੀ ਉਸ ਬਿਲਾਵਲ ਦੀ ਸੁਰ। ਟੰਕਾਰਾਂ ਜਦ ਵਜੀਆਂ ਬਿਲਾਵਲ ਦੀਆਂ, ਗੁਰੂ ਨਾਨਕ ਦੇ ਸਦਾ ਥਿਰ ਪਰ ਸੋਹਲ ਮਨ ਨੇ ਸਹਿਜੇ ਤੇ ਛੋਪਲੇ ਹੀ ਰੰਗ ਬਦਲ ਲਿਆ ਵੈਰਾਗ ਤੋਂ ਚਾਉ ਵਾਲੇ ਪਾਸੇ ਦਾ। ਖੇੜੇ ਦੀ ਲਹਿਰ ਵਗ ਗਈ। ਹਿਰਦੇ ਦੇ ਕੂਲ ਪਰਦਿਆਂ ਵਿੱਚ ਕੁਛ ਚਿਰ ਸੋਹਣਾ ਅਲਾਪ ਕਰਕੇ ਨਿੱਕੀ ਜਿਹੀ ਗਤ ਵਜਾਈ ਉਸ ਬਿਲਾਵਲ ਦੀ ਹੀ। ਫਿਰ ਲੈ ਟੁਰਿਆ ਆਪਣੇ ਖੁਸ਼ ਐਲਾਨ ਵਾਲੇ ਗਲੇ ਨੂੰ ਨਾਲ ਤੇ ਉਸੇ ਗੁਰੂ ਨਾਨਕ ਦਾ ਉਚਾਰਿਆ ਛੰਦ। ਬਿਲਾਵਲ ਦੱਖਣੀ ਦੀ ਸੁਰ ਵਿੱਚ ਗਾਵੇ ਉਸ ਸ਼ਬਦ। ਮਾਨੋ ਮਾਲਕ ਦੇ ਅੱਗੇ ਮਾਲੀ ਨੇ ਮਾਲਕ ਦੇ ਆਪਣੇ ਬਗੀਚੇ ਦੇ ਫੁੱਲ ਲਿਆ ਪੇਸ਼ ਤਾਰੇ। ਜੋ ਮਾਲਕ ਦਾ ਮਨ ਖਿੜ ਪਵੇ ਖਿੜੇ ਕਮਲ ਵਾਂਗੂ, ਅਤੇ ਆਪਣੀ ਖੇੜੇ ਵਾਲੀ ਸੁਗੰਧੀ ਵਿੱਚ ਖੇੜੇ ਦੀਆਂ ਮੁਸ਼ਕਾਂ ਮਾਰਨ ਲੱਗ ਪਵੇ। ਹਾਂ, ਗਾਵੇ ਉਸੇ ਗੁਰੂ ਨਾਨਕ ਦਾ ਉਚਾਰਿਆ
ਪ੍ਰੇਮਮਈ ਅਰਸ਼ੀ ਗੀਤ ਡੁੱਲ ਡੁੱਲ ਪੈਂਦਾ ਪਿਆਰਾ ਤੇ ਸਤੋ ਗੁਣੀ ਚਾਵਾਂ ਨਾਲ। ਬਿਲਾਵਲ ਮਹੱਲਾ ਪਹਿਲਾ। ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ। ਅਵਗਤੋ ਹਰਨਾਥ ਨਾਥੋ ਤਿਸੈ ਭਾਵੈ ਸੋ ਥੀਐ, ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਭੇਖ ਭਾਵਨੀ ਹਠ ਨ ਜਾਣਾ, ਨਾਨਕਾ ਸਚ ਗਹਿ ਰਹੇ। ਹੁਣ ਮਰਦਾਨੇ ਨੇ ਗਲੇ ਦਾ ਗਿਆਨ ਥੰਮ ਲਿਆ। ਸਹਿਜੇ ਸਹਿਜੇ ਬਿਲਾਵਲ ਦੇ ਟੁੰਕਾਰ ਵੱਜਦੇ, ਮੱਧਮ ਹੁੰਦੇ ਹੁੰਦੇ ਵਿਸਰਾਮ ਵਿੱਚ ਹੋ ਗਏ। ਗੁਰੂ ਜੀ ਦੇ ਨੈਣ ਅਜੇ ਆਤਮ ਉਮਾ ਵਿੱਚ ਰਸ ਲੈ ਰਹੇ ਬੰਦ ਸਨ, ਪਰ ਸਾਧੂ ਜੋ ਪਰੇ ਵਾਰ ਅਦਬ ਨਾਲ ਫੁੜੀ ਤੇ ਬੈਠਾ ਸੀ, ਅਚਰਜ ਰਹਿ ਗਿਆ ਕਿ ਇਸ ਜਾਦੂ ਤਾਸੀਰ ਵਾਲੇ ਗਵਈਏ ਨੇ ਅਚਰਜ ਕਰ ਦਿੱਤਾ ਹੈ। ਉਸੇ ਗੁਰੂ ਨਾਨਕ ਦਾ ਕੋਈ ਸੰਗੀਤ ਗਾਇਆ ਸੂ, ਉਸੇ ਆਤਮ ਰਸ ਨਾਲ ਭਰਪੂਰ, ਪਰ ਖੇੜੇ ਦੇ ਰੰਗ ਵਾਲਾ ਕੀਕੂ ਅਦਾ ਕੀਤਾ ਸੂ ਕਿ ਚਿੱਤ ਅਚੰਚਲ ਚਾਉ ਵਿੱਚ ਆ ਗਿਆ ਹੈ। ਰਾਗ ਵੀ ਬਿਲਾਵਲ ਛੋਇਆ ਸੂ। ਗੁਲਾਬ ਵਾੜੀਆਂ ਦੇ ਕੋਲ ਬੁਲਬੁਲਾਂ ਵਸਦੀਆਂ ਸੁਣੀਂਦੀਆਂ ਸਨ। ਅੱਜ ਵੇਖ ਲਿਆ ਕਿ ਸੱਚ ਹੈ ਇਹ ਗੱਲ। ਪਰ ਦੇਖੋ, ਇਸ ਛੰਦ ਪਰ ਗਿਆਨ ਧਿਆਨ ਪੂਜਾ ਸਭ ਮਿਲ ਸਟੇ ਹਨ। ਭੇਖ ਭਾਵਨੀ ਯਾਨੀ ਤੀਰਥਾਂ ਪਰ ਭਾਵਦੇ ਫਿਰਨਾ, ਹਠ ਯਾਨੀ ਹਠ ਜੋਗ ਤੇ ਹੋਰ ਹਠ ਦੇ ਸਾਧਨ ਵੀ ਪਰੇ ਸਟੇ ਹਨ। ਇੱਕ ਨਾਮ ਦਾ ਅੰਤਰ ਵਸੇਬਾ ਦੱਸਿਆ ਹੈ। ਇਹ ਕੀ ਗੱਲ ਹੋਈ? ਨਾਮ ਤਾਂ ਇੱਕ ਸਾਧਨਾ ਵਿੱਚੋਂ ਸਾਧਨ ਹੈ, ਇਹ ਕਿਉਂ ਰੱਖ ਲਿਆ ਨੇ? ਕਦੇ ਦਾਤਾ ਅਵਸਰ ਦੇਵੇ ਤਾਂ ਪੁੱਛਾਂ, ਪਰ ਸੱਚ ਦੀ ਪਕੜ ਦੱਸੀ। ਇਹ ਕੀ ਹੋਈ? ਉਹ ਜੋ ਮੇਰੇ ਪਾਸ ਨਹੀਂ ਰਹਿ ਸਕੀ ਕਿ ਕੁਛ ਹੋਰ? ਇੰਨੇ ਨੂੰ ਮਰਦਾਨਾ ਮਾਨੋ ਕਿਸੇ ਨੀਂਦ ਵਿੱਚੋਂ ਕਿ ਸਮਾਧੀ ਵਿੱਚੋਂ ਜਾਗ ਪਿਆ। ਬਿਲਾਵਲ ਫਿਰ ਰਬਾਬ ਵਿੱਚੋਂ ਨਿਕਲ ਵਾਯੂ ਦੇ ਅਵੈਵਾਂ ਨੂੰ ਸੰਗੀਤਕ ਕਰਨ ਲੱਗ ਪਿਆ। ਪਹਿਲਾਂ ਧੁਨ ਉੱਠੀ, ਫਿਰ ਅਲਾਪ, ਫਿਰ ਸ਼ੁਰੂ ਹੋ ਗਿਆ ਗਾਇਨ। ਪਿੰਨਣੀ ਰਹਿਣ ਭਲੀ ਦਿਨ ਸੁਹਾਏ ਰਾਮ, ਨਿਜ ਘਰ ਸੁਤੜੀਏ ਪਿਰਮ ਜਗਾਏ ਰਾਮ। ਨਵਹਾਣ ਨਵ ਤਨ ਸ਼ਬਦ ਜਾਗੀ, ਆਪਣੇ ਪਿਰ ਭਾਣੀਆਂ, ਤਜ ਕੂੜ ਕਪਟ ਸੁਭਾਉ ਦੂਜਾ, ਚਾਕਰੀ ਲੋਕਾਣੀਆਂ। ਮੈਂ ਨਾਮ ਹਰ ਕਾ ਹਾਰ ਕੰਠੇ, ਸਾਚ ਸ਼ਬਦ ਨਿਸਾਣੀਆਂ। ਕਰ ਜੋੜ ਨਾਨਕ ਸਾਚ ਮੰਗੈ, ਨਦਰ ਕਰ ਤੁਧ ਪਾਣੀ। ਗਾਉਂਦੇ ਮਰਦਾਨੇ ਦਾ ਹੱਥ ਥੰਮ ਗਿਆ, ਨੈਣ ਬੰਦ ਹੋ ਗਏ, ਗਲਾ ਆਰਾਮ ਵਿੱਚ ਹੋ ਗਿਆ। ਰਬਾਬ ਨੇ ਚੁੱਪ ਧਾਰ ਲਈ। ਸਾਧੂ ਉੱਤੇ ਤਾਸੀਰ ਵੀ ਹੋਈ ਤੇ ਸਮਝ ਵੀ ਪਈ। ਮਨ ਨੂੰ ਆਖੇ ਇਸ ਛੰਦ ਵਿੱਚ ਵੀ ਕਪਟ ਕੂੜ ਦਾ ਤਿਆਗ ਦੱਸਿਆ ਨੇ। ਠੰਡਾ ਸਾਹ ਲੈ ਕੇ ਇਹ ਦੋ ਬਲਾਵਾਂ ਮੈਂ ਕਿਉਂ ਸਹੇੜ ਲਈਆਂ? ਕਿਸ ਜੀਵਨ ਪਿੱਛੇ? ਫਿਰ ਉਹ ਨਾਮ ਨੂੰ ਕੰਠਾਰ ਕਰਨਾ ਕਿਆ ਨੇ, ਨਾਲ ਸੱਚ ਆਖਿਆ ਨੇ। ਇੱਕ ਗੱਲ ਹੋਰ ਆਖੀ ਨੇ, ਨਦਰ। ਇਹ ਕੀ ਹੋਈ? ਨਜ਼ਰ ਕਿਸ ਦੀ ਨਜ਼ਰ? ਨਜ਼ਰ ਕਿਸੇ ਦੀ ਨਿਰੀ ਤੱਕ ਹੈ ਕਿ ਕਿਸੇ ਦੀ ਪਿਆਰ ਭਰੀ ਤੱਕ ਹੈ? ਅਜੇ ਤਾਈਂ ਮੇਰੇ ਵੱਲ ਤਾਂ ਤੱਕੇ ਵੀ ਨਹੀਂ। ਪਿਆਰ ਨਜ਼ਰ ਤੱਕਣਾ ਤਾਂ ਕਿਤੇ ਰਿਹਾ। ਚੰਗਾ ਦਰ ਲੱਭ ਪਿਆ ਹੈ, ਸ਼ੁਕਰ ਹੈ। ਇਹ ਗੰਧਰਵ ਗਵਈਆ ਹੈ, ਇਹ ਗੰਧਰਵ ਗਵਈਆ ਹੈ। ਕੋਈ ਦੇਖੋ ਗਾ ਰਿਹਾ ਹੈ ਕਿ ਮੈਨੂੰ ਉਪਦੇਸ਼ ਕਰ ਰਿਹਾ ਹੈ। ਇੰਨੇ ਨੂੰ ਰਬਾਬ ਵਿੱਚੋਂ ਫਿਰ ਮਿੱਠੇ ਮਿੱਠੇ ਟੁੰਕਾਰ ਉੱਠੇ। ਵੱਜ ਗਈ ਲੈ ਸੋਹਣੀ, ਫਿਰ ਗਾਇਨ ਹੋਇਆ। ਜਾਗ ਸਲੋਨਣੀਏ ਬੋਲੇ ਗੁਰਬਾਣੀ ਰਾਮ, ਜਿਨ ਸੁਣ ਮਨਿਅੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੂਝੇ। ਉਹ ਸ਼ਬਦ ਸਮਾਏ ਆਪ ਗਵਾਏ, ਤਿਰ ਭਵਨ ਸੋਜੀ ਸੂਝੇ। ਰਹੇ ਅਤੀਤ ਅਪਰੰਪਰ ਰਾਤਾ, ਸਾਚ ਮਨ ਗੁਣ ਸਾਰਿਆ। ਉਹ ਪੂਰ ਰਿਹਾ ਸਰਬ ਠਾਈ, ਨਾਨਕਾ ਉਰਤਾਰਿਆ। ਗੁਰੂ ਨਾਨਕ ਦੇਵ ਜੀ ਤਾਂ ਮਗਨ ਬੈਠੇ ਸਨ ਆਨੰਦ ਵਿੱਚ। ਚਿਹਰੇ ਤੋਂ ਡੁੱਲ ਡੁੱਲ ਪੈ ਰਿਹਾ ਸੀ ਆਨੰਦ। ਸਾਧੂ ਸਵਾਦ ਵਿੱਚ ਜਾਂਦਾ, ਵਿਚਾਰ ਵਿੱਚ ਡੂੰਘਾ ਉਤਰਦਾ ਗਿਆ। ਇਹ ਤੀਸਰਾ ਪਦ ਸੁਣ ਕੇ ਕਹਿਣ ਲੱਗਾ, ਹੁਣ ਤਾਂ ਮੈਨੂੰ ਵੰਗਾਰ ਕੇ ਕਿਹਾ ਗਿਆ ਹੈ ਜਾਗ ਸਲੋਨਣੀਏ, ਫਿਰ ਕਿਹਾ ਗਿਆ ਹੈ ਗੁਰੂ ਦੀ ਬਾਣੀ ਬੋਲ। ਕਿਵੇਂ?
ਜਿਵੇਂ ਇਹ ਪਿਆ ਬੋਲਦਾ ਹੈ ਆਪਣੇ ਗੁਰੂ ਦੀ ਬਾਣੀ। ਫਿਰ ਮੈਨੂੰ ਕਿਹਾ ਹੈ ਤੂੰ ਅਤੀਤ ਹੈ, ਆਪ ਰੰਗ ਵਿੱਚ ਰਚ, ਕਿਵੇਂ ਰਚਾਂ? ਅਗਲੇ ਸਾਧਨ ਤਾਂ ਨਾ ਪੁੱਗੇ, ਫਸਾ ਗਏ ਮੁੜ ਮਾਇਆ ਵਿੱਚ। ਕਿੱਡੀ ਮਰਮ ਦੀ ਗੱਲ ਅਖੀਰ ਦੱਸੀ ਹੈ। ਸਮਾਨ ਸਤਾ ਕਰਕੇ ਤਾਂ ਸਾਰੇ ਪੂਰਨ ਹਨ, ਪਰ ਅਸਾਂ ਅਜਾਂ ਉਰ ਵਿੱਚ ਨਹੀਂ ਤਾਰਿਆ। ਉਰ ਧਾਰਣਾ ਹੈ, ਪਰ ਕਿਵੇਂ? ਗੱਲ ਕਰਨ ਦੀ ਆਗਿਆ ਮਿਲੇ ਤਾਂ ਪੁੱਛਾਂ। ਇਨ ਨੂੰ ਬੋਲ ਪਿਆ ਰਬਾਬ ਤੇ ਖੁੱਲ ਪਿਆ, ਨਾਲ ਅਰਸ਼ੀ ਰੰਗ ਵਾਲਾ ਗਲਾ ਤੇ ਉਚਾਰ ਹੋਇਆ, ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ, ਗੁਰਮਤ ਮਨ ਰਹਿਸੀ ਸੀਜਸ ਦੇਹੀ ਰਾਮ। ਮਨ ਮਾਰ ਰੀਜੈ ਸ਼ਬਦ ਸੀਜੈ, ਤ੍ਰੈ ਲੋਕ ਨਾਥ ਪਛਾਣੈ। ਮਨ ਡੀਗ ਡੋਲ ਨਾ ਜਾਏ ਕਤੀ, ਆਪਣਾ ਪਿਰ ਜਾਣੈ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਿਬੇਰੋ। ਫਿਰ ਹੁਣ ਗਲਾ ਬੰਦ ਹੋ ਗਿਆ, ਹੱਥ ਰੁਕ ਗਏ, ਰਬਾਬ ਵਿਸਰਾਮ ਵਿੱਚ ਹੋ ਗਿਆ। ਦਾਤਾ ਜੀ ਆਪਣੇ ਮੰਜੇ ਤੇ ਬੈਠੇ ਲੇਟ ਗਏ ਤੇ ਚਾਦਰਾ ਤਾਣ ਲਿਆ ਉੱਪਰ। ਸਾਧੂ ਖਿੜ ਪਿਆ, ਆਸਾ ਬਚ ਗਈ। ਮੈਨੂੰ ਉਪਦੇਸ਼ ਹੋਇਆ ਹੈ ਸਾਰਾ। ਮਹਿਲ ਬੁਲਾਇੜੀਏ ਮੈਨੂੰ ਕਿਹਾ ਹੈ। ਹਾਂ, ਮੈਂ ਸਮਝਾਂ ਕਿ ਮੈਨੂੰ ਕਿਹਾ ਹੈ। ਨਾਮ ਤੇ ਸੱਚ ਮਿਲੇਗਾ ਇਸ ਦਰੋਂ, ਪਰ ਮੈਂ ਡੀਗ ਡੋਲਾ ਨਾ ਖਾਵਾਂ। ਇਉਂ ਸੋਚਦਾ ਹੀ ਸੀ ਕਿ ਮਰਦਾਨਾ ਉੱਠ ਕੇ ਸਾਜ਼ ਸਾਂਭਣ ਟੁਰ ਪਿਆ। ਸਾਧੂ ਮਗਰੇ ਗਿਆ। ਮਿੰਨਤ ਕਰਕੇ ਆਪਣਾ ਹਾਲ ਸੰਖੇਪ ਦੱਸ ਕੇ ਜੋਦੜੀ ਕੀਤੀ ਉਸ ਕਿ 2 ਗੱਲਾਂ ਕਰਾ ਦੇ, ਤੇਰੇ ਭਲੇ ਦਾ ਭਗਵੰਤ ਹੋਰ ਭਲਾ ਕਰੇ। ਮਰਦਾਨੇ ਕਿਹਾ, ਅੱਜ ਰੰਗ ਹੋਰਵੇਂ ਹਨ, ਕੱਲ ਸਵੇਰੇ ਆ, ਕੀਰਤਨ ਸੁਣ ਤੇ ਫਿਰ ਗੱਲਬਾਤ ਦਾ ਸਮਾਂ ਮਿਲ ਵੈਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।